ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਤੇਜ ਪੰਨੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ। ਤੇ ਨਿਗਾਹ ਮਾਰਦੇ ਹਾਂ ਖਾਸ ਵਾਪਰੀਆਂ ਘਟਨਾਵਾਂ ਦੇ ਉੱਤੇ ਕੀ ਕੁਝ ਜਿਹੜਾ ਦੀ ਉਹ ਵਾਪਰਿਆ। ਇਹ ਕਾਫੀ ਹਫ਼ਤਿਆਂ ਤੋਂ ਬਾਅਦ ਇਹ ਵੀਕਐਂਡ ਸੀ ਜਦੋਂ ਕਿ ਇੱਥੇ ਮੁਕੰਮਲ ਲੋਕਡਾਊਨ ਦਾ ਐਲਾਨ ਜਿਹੜਾ ਸੀ ਉਹ ਕੀਤਾ ਗਿਆ। ਸ਼ਨਿਚਰਵਾਰ ਅਤੇ ਐਤਵਾਰ ਨੂੰ ਦੋਨੋਂ ਦਿਨ ਜਿਹੜਾ ਸੀ ਉਹ ਬੰਦ ਰੱਖਿਆ ਗਿਆ। ਹੁਣ ਅੰਕੜੇ ਇੱਦਾਂ ਦੇ ਤਾਂ ਕਿਸੇ ਕੋਲ ਹੈ ਨਹੀਂ ਗਏ ਕਿ ਵੀਕਐਂਡ ਦੇ ਉੱਤੇ ਕਿੰਨੇ ਲੋਕ ਜਿਹੜੇ ਉਹ ਬਚ ਗਏ ਹੋਣਗੇ ਇਸ ਲਾਗ ਤੋਂ, ਅਤੇ ਜਦੋਂ ਵੀਕਡੇਜ਼ ਸ਼ੁਰੂ ਹੋਊਗਾ ਉਹਦੇ ਵਿੱਚ ਕਿੰਨੇ ਲੋਕ ਸੜਕਾਂ ਦੇ ਉੱਤੇ ਵੱਧ ਨਿਕਲਣਗੇ, ਕਿਉਂਕਿ ਜਿਹੜੇ ਡੱਕੇ ਰਹੇ ਉਹ ਬਿਨਾਂ ਕਿਸੇ ਸ਼ੱਕ ਦੇ ਵੱਧ ਜਿਹੜੇ ਆ ਉਹ ਨਿਕਲਣੇ ਆ। ਬਹੁਤ ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਜਿਹੜੀਆਂ ਸੀ ਉਹ ਖੁੱਲ੍ਹੀਆਂ ਰਹੀਆਂ, ਅਤੇ ਇਹਦੇ ਵਿੱਚ ਸਭ ਤੋਂ ਵੱਡੀ ਹੈਰਾਨਗੀ ਜਿਹੜੀ ਉਹ ਕੁਛ ਲੋਕਾਂ ਨੂੰ ਹੁੰਦੀ ਰਹੀ। ਹਾਲਾਂਕਿ ਸਰਕਾਰ ਦਾ ਮਕਸਦ ਉਹ ਆ ਕਿ ਠੇਕੇ ਇਹਦੇ ਵਿੱਚ ਖੁੱਲ੍ਹੇ ਹੋਏ ਸੀਗੇ, ਜਿਹੜੇ ਸ਼ਰਾਬ ਦੇ ਠੇਕੇ ਸਾਰੇ ਪੰਜਾਬ ਦੇ ਵਿੱਚ। ਤੁਸੀਂ ਦੇਖੋ, ਇੱਕ ਪਾਸੇ ਤੁਸੀਂ ਲੋਕਾਂ ਨੂੰ ਅੰਦਰ ਡੱਕ ਰਹੇ ਹੋ ਕਿ ਬਾਹਰ ਨਹੀਂ ਨਿਕਲਣਾ ਕਿਸੇ ਨੇ, ਸਖਤੀ ਬਹੁਤ ਹੈ, ਚਲਾਨ ਕੀਤਾ ਜਾਊਗਾ। ਫਿਰ ਠੇਕੇ ਦੇ ਉੱਤੇ ਜਿਹੜੇ ਲੈਣ ਜਾਂਦੇ ਉਹਨਾਂ ਨੂੰ ਨਹੀਂ ਰੋਕਿਆ ਜਾ ਰਿਹਾ ਨਾ। ਇਹਦਾ ਮਤਲਬ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਆਪਸ ਦੇ ਵਿੱਚ ਮਿਲਣੀ ਜਿਹੜੀਆਂ ਰਹੀਆਂ, ਜਿੱਥੋਂ ਇਹ ਲੱਗਦਾ ਕਿ ਸਰਕਾਰ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਜਿਹੜੇ ਦੀ ਇਹ ਸਾਰੇ ਫੈਸਲੇ ਜਿਹੜੇ ਉਹ ਲੈ ਰਹੀ ਹੈ। ਜੇ ਆਪਾਂ ਗੱਲ ਕਰੀਏ ਜਿਹੜੇ ਵੱਖ-ਵੱਖ ਸ਼ਹਿਰਾਂ ਦੀ, ਇਹ ਕਿਸੇ ਇੱਕ ਜਗ੍ਹਾ ਦੇ ਉੱਤੇ ਨਹੀਂ, ਸਾਰੇ ਜਗ੍ਹਾ ਦੇ ਉੱਤੇ ਇਹ ਠੇਕੇ ਜਿਹੜੇ ਸੀ ਉਹ ਖੁੱਲ੍ਹੇ। ਲੋਕ ਇਹ ਕਹਿੰਦੇ ਕਿ ਲੋਕਾਂ ਨੂੰ ਤੁਸੀਂ ਤੰਗ ਕਰਤਾ ਹੈ, ਸਰਕਾਰ ਆਪਣੇ ਖਜ਼ਾਨਾ ਜਿਹੜਾ ਉਹ ਭਰਨਾ ਚਾਹੁੰਦੀ ਹੈ। ਜਿਹੜੇ ਛੋਟੇ ਦੁਕਾਨਦਾਰ ਨੇ ਉਹ ਵਿਚਾਰੇ ਜ਼ਿਆਦਾ ਤੰਗ ਨੇ। ਪਹਿਲਾਂ ਕਰਫਿਊ ਦੇ ਵਿੱਚ ਉਹਨਾਂ ਦਾ ਥੱਲਾ ਲੱਗਿਆ, ਹੁਣ ਮਾੜਾ ਮੋਟਾ ਕੋਈ ਚੱਲਣ ਲੱਗਿਆ ਕੰਮ, ਤੇ ਸਰਕਾਰ ਕਹਿੰਦੀ ਕਿ ਅਸੀਂ ਵੀਕਐਂਡ ਦੇ ਉੱਤੇ ਲੋਕਡਾਊਨ ਜਿਹੜਾ ਦੀ ਉਹ ਕਰਨਾ। ਸਭ ਤੋਂ ਵੱਡਾ ਪੁਆਇੰਟ ਇਹੀ ਆ ਕਿ ਸੈਟਰਡੇ ਸੰਡੇ ਅੰਦਰ ਡੱਕ ਕੇ ਲੋਕਾਂ ਦੇ ਜਿਹੜੇ ਕੰਮ ਕਾਰ ਨੇ ਉਹ ਹੁਣ ਇੱਕਦਮ ਮੰਡੇ ਟਿਊਜ਼ਡੇ ਜਿਹੜਾ ਦੀ ਉਹ ਵੱਧ ਨਿਕਲਣਗੇ, ਅਤੇ ਉੱਥੇ ਸੋਸ਼ਲ ਡਿਸਟੈਂਸ ਜਿਹੜੀ ਹੈ ਉਹ ਕਿਤੇ ਨਾ ਕਿਤੇ ਮੁਸੀਬਤ ਬਣੂਗੀ, ਜਿਹੜੀ ਕਿ ਪਹਿਲਾਂ ਪੰਜਾਬ ਦੇ ਵਿੱਚ ਬਣ ਰਹੀ ਹੈ। ਜੇ ਆਪਾਂ ਨਿਗਾਹ ਜਿਹੜੀ ਦੀ ਮਾਰ ਲਈਏ ਕੋਵਿਡ ਦੇ ਕੇਸਾਂ ਦੇ ਉੱਤੇ, ਉਹ ਤਾਂ ਗਿਣਤੀ ਜਿਹੜੀ ਆ ਦੀ ਉਹ ਘਟਣ ਦਾ ਨਾਂ ਨਹੀਂ ਲੈ ਰਹੀ। ਓਵਰਆਲ ਦੇ ਮੁਲਕ ਦੀ ਆਪਾਂ ਗੱਲ ਕਰ ਲਈਏ ਤਾਂ 31 ਲੱਖ ਨੂੰ ਕ੍ਰੋਸ ਕਰ ਗਈ ਗਿਣਤੀ। 31,05,185 ਟੈਲੀ ਜਿਹੜੀ ਸ਼ੋਅ ਕਰ ਰਹੀ ਹੈ। 57,692 ਮੌਤਾਂ ਦੇ ਨਾਲ। ਇਕੱਲਾ ਮਹਾਰਾਸ਼ਟਰ 6,82,383 ਤੇ ਪਹੁੰਚ ਗਿਆ, 22,253 ਮੌਤਾਂ ਦੇ ਨਾਲ। ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕਾ, ਉੱਤਰ ਪ੍ਰਦੇਸ਼ ਉਹਦੇ ਮਗਰ ਜਿਹੜਾ ਜੀ ਉਹ ਚੜ੍ਹੇ ਆਉਂਦੇ ਆ। ਵੈਸਟ ਬੰਗਾਲ ਦੇ ਵਿੱਚ ਵੀ ਕੇਸਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਵਧੀ ਹੈ। ਗਵਾਂਢੀ ਸੂਬੇ ਹਰਿਆਣੇ ਦੇ ਵਿੱਚ 1,096 ਨਵੇਂ ਕੇਸ ਸਾਹਮਣੇ ਆਏ, 6 ਮੌਤਾਂ ਹੋਈਆਂ। 54,386 ਨੂੰ ਗਿਣਤੀ ਪਹੁੰਚ ਗਈ, 603 ਡੈਥ ਹੋ ਗਈਆਂ ਟੋਟਲ। ਪੰਜਾਬ ਦੇ ਵਿੱਚ ਲੋਕਡਾਊਨ ਸੀ ਵੀਕਐਂਡ 'ਤੇ, ਇਹਦੇ ਬਾਵਜੂਦ 1136 ਨਵੇਂ ਮਾਮਲੇ ਸਾਹਮਣੇ ਆਏ, ਔਰ 50 ਡੈਥ ਪਿਛਲੇ 24 ਘੰਟਿਆਂ ਦੇ ਦੌਰਾਨ ਪੰਜਾਬ ਦੇ ਵਿੱਚ ਹੋਈਆਂ। 41,779 ਕੇਸ ਜਿਹੜੇ ਹੋ ਗਏ, ਅਤੇ 1,000 ਤੋਂ ਅੰਕੜਾ ਟੱਪ ਗਿਆ ਮੌਤਾਂ ਦਾ। 1,086 ਮੌਤਾਂ ਜਿਹੜੀਆਂ ਸੀ ਉਹ ਹੋ ਗਈਆਂ। ਜਿਹੜੇ 3-4 ਸ਼ਹਿਰ ਨੇ ਉਹ ਜ਼ਿਆਦਾ ਇਸ ਵੇਲੇ ਜਿਹੜਾ ਮੁਸ਼ਕਲ ਸਥਿਤੀ ਦੇ ਵਿੱਚ ਨੇ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਇਹਦੇ ਵਿੱਚ ਜਿਹੜਾ ਉਹ ਸ਼ਾਮਲ ਹੈ। ਲੁਧਿਆਣੇ ਦੇ ਵਿੱਚ 199 ਕੇਸ ਨਵੇਂ ਜਿਹੜੇ ਜੀ ਉਹ ਸਾਹਮਣੇ ਆਏ, ਔਰ 171 ਇਹਦੇ ਵਿੱਚੋਂ ਲੁਧਿਆਣੇ ਦੇ, ਅਤੇ 18 ਬਾਕੀ ਹੋਰ ਜਿਹੜਾ ਦੀ ਉਹ ਸ਼ਾਮਲ ਨੇ। 9 ਡੈਥ ਜਿਹੜੀਆਂ ਉਹ ਹੋਈਆਂ। ਕਰੋਨਾ ਦੇ ਨਾਲ ਬਲੱਡ ਪ੍ਰੈਸ਼ਰ, ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਨਾਲ ਇਹ ਜੂਝ ਰਹੇ ਲੋਕ ਸਨ। ਇਹ ਵੀ ਸਰਕਾਰ ਦੇ ਵੱਲੋਂ ਨਾਲ ਅੰਕੜਾ ਜਿਹੜਾ ਜੀ ਉਹ ਦੱਸਿਆ ਗਿਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਦੇ ਉੱਤੇ ਪੁੱਜੇ ਕਰੋਨਾ ਜਿਹੜਾ ਜੀ, ਇਹਦੇ ਵਾਸਤੇ ਇੱਕ ਸਿਹਤ ਵਿਭਾਗ ਜਿਹੜਾ ਜੀ ਉਹ ਜੁਟਿਆ। ਬਾਦਲਾਂ ਦੇ SP ਸੁਰੱਖਿਆ ਸਣੇ 5 ਮੁਲਾਜ਼ਮ ਪੋਜ਼ੀਟਿਵ ਆਉਣ ਤੋਂ ਬਾਅਦ 40 ਜਣਿਆਂ ਦੇ ਕਰੋਨਾ ਟੈਸਟ ਕੀਤੇ ਜਾ ਚੁੱਕੇ ਆ। ਇਹਨਾਂ 'ਚੋਂ 31 ਸੈਂਪਲ ਲਏ ਗਏ, 9 ਸੈਂਪਲ ਇੱਕ ਦਿਨ ਪਹਿਲਾਂ ਲਏ ਗਏ ਸੀਗੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਅਤੇ ਬਾਕੀ ਮੈਂਬਰਾਂ ਦੇ ਸਾਰਿਆਂ ਦੇ ਜਿਹੜੇ ਉਹ ਸੈਂਪਲ ਅਜੇ ਲੈਣੇ ਬਾਕੀ ਆ। ਇਹ 'ਤੇ ਉੱਚ ਅਧਿਕਾਰੀਆਂ ਦੇ ਜਿਹੜੇ ਨਿਰਦੇਸ਼ ਨੇ ਉਹਨਾਂ ਦੀ ਉਡੀਕ ਕੀਤੀ ਜਿਹੜੀ ਉਹ ਜਾ ਰਹੀ ਆ ਕਿ ਉਹ ਤੋਂ ਹੁਕਮ ਜਿਹੜੇ ਆਉਣਗੇ, ਅਤੇ ਫਿਰ ਜਿਹੜਾ ਦੀ ਉਹ ਇੱਧਰ ਇਹਨਾਂ ਦੇ ਸੈਂਪਲ ਜਿਹੜੇ ਨੇ ਉਹ ਲਏ ਜਾਣਗੇ। ਜਿਹੜੇ ਉਹਨਾਂ ਦੇ ਬੱਚਿਆਂ ਦੇ ਕੁੱਕ ਸੀ ਉਹ ਵੀ ਹਸਬੈਂਡ ਵਾਈਫ ਨੇ ਸ਼ਾਇਦ, ਉਹ ਦੋਨੋਂ ਜਿਹੜੇ ਜੀ ਉਹ ਪੋਜ਼ੀਟਿਵ ਪਾਏ ਗਏ ਆ।
ਜਿਹੜੇ ਕਿਸਾਨ ਨੇ ਉਹਨਾਂ ਨੇ ਸਟਿੰਗ ਕਰਕੇ ਪਿਛਲੇ ਦਿਨੀ ਕਿਸਾਨ ਆਗੂਆਂ ਨੇ ਇੱਥੇ ਫਰੀਦਕੋਟ ਦੇ ਖੇਤਰ ਦੇ ਵਿੱਚ ਮਾਲਵੇ 'ਚ ਖਾਸ ਤੌਰ ਦੇ ਉੱਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਗੋਰਖ ਧੰਦੇ ਨੂੰ ਜੱਗ ਜ਼ਾਹਰ ਜਿਹੜਾ ਜੀ ਉਹ ਕੀਤਾ ਸੀਗਾ। ਹੁਣ ਇਹ ਆ ਕਿ ਕਿਸਾਨ ਆਗੂਆਂ ਨੂੰ ਹੁਣ ਇਹਨਾਂ ਨਸ਼ਾ ਤਸਕਰਾਂ ਨੇ ਨਿਸ਼ਾਨਾ ਜਿਹੜਾ ਉਹ ਬਣਾਉਣਾ ਸ਼ੁਰੂ ਕਰ ਦਿੱਤਾ। ਲੱਖੋ ਕੇ ਬਹਿਰਾਮ ਇਲਾਕੇ ਦੇ ਵਿੱਚ 4 ਤਸਕਰਾਂ ਨੇ ਕੁਝ ਸ਼ਰਾਰਤੀ ਅਨਸਰਾਂ ਦੇ ਨਾਲ ਮਿਲ ਕੇ ਸੋਸ਼ਲ ਮੀਡੀਆ ਦੇ ਉੱਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਖਿਲਾਫ ਪ੍ਰਚਾਰ ਵਿੱਢਿਆ ਹੋਇਆ। ਔਰ ਲੱਖੋ ਕੇ ਬਹਿਰਾਮ ਇਲਾਕੇ ਦੇ ਵਿੱਚ ਕੋਈ ਹਸਪਤਾਲ ਨਹੀਂ ਹੈ, ਫਿਰ ਵੀ ਇੱਥੇ 4 ਵੱਡੇ ਮੈਡੀਕਲ ਸਟੋਰ ਨੇ ਜੋ ਕਿ ਸਾਦਕ, ਫਰੀਦਕੋਟ, ਗੋਲੇਵਾਲਾ, ਮੁਕਤਸਰ, ਮੁਦਕੀ ਤੇ ਜੈਤੋ ਦੇ ਵਿੱਚ ਕਥਿਤ ਤੌਰ ਦੇ ਉੱਤੇ ਨਸ਼ੀਲੀਆਂ ਗੋਲੀਆਂ ਦੀ ਤਸਕਰੀ ਕਰਦੇ ਸੀ। ਕੁਝ ਸਮਾਂ ਪਹਿਲਾਂ ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਨੇ ਇਹਨਾਂ ਨਸ਼ਾ ਤਸਕਰਾਂ ਦਾ ਸਟਿੰਗ ਆਪਰੇਸ਼ਨ ਕਰਕੇ ਸੱਚਾਈ ਲੋਕਾਂ ਦੇ ਸਾਹਮਣੇ ਲਿਆਂਦੀ ਸੀ। ਇਹ ਮਾਮਲਾ ਫਿਰੋਜ਼ਪੁਰ ਪੁਲਿਸ ਦੇ ਵੀ ਧਿਆਨ ਦੇ ਵਿੱਚ ਸੀ, ਪਰ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਥਾਂ ਉਹਨਾਂ ਨੂੰ ਚੇਤਾਵਨੀ ਦੇ ਕੇ ਜਿਹੜਾ ਜੀ ਉਹ ਛੱਡ ਦਿੱਤਾ ਸੀਗਾ। ਨਸ਼ਾ ਤਸਕਰੀ ਦੇ ਵਿਵਾਦਾਂ 'ਚ ਘਿਰੇ ਮੈਡੀਕਲ ਸਟੋਰ ਦੁਬਾਰਾ ਤਾਂ ਨਹੀਂ ਖੁੱਲ੍ਹੇ ਕਿਉਂਕਿ ਕਿਸਾਨ ਜਥੇਬੰਦੀਆਂ ਨੌਜਵਾਨ ਭਾਰਤ ਸਭਾ ਜਿਹੜੀ ਸੀ ਉਹਨਾਂ ਦੀ ਸਖਤੀ ਦੀ ਵਜ੍ਹਾ ਜਿਹੜੀ ਦੀ ਉਹ ਕਰਕੇ ਹੁਣ ਜਿਹੜੇ ਇਹ ਨਸ਼ਾ ਤਸਕਰ ਨੇ ਉਹ ਇਹਨਾਂ ਆਗੂਆਂ ਨੂੰ ਆਪਣਾ ਨਿਸ਼ਾਨਾ ਜਿਹੜਾ ਜੀ ਉਹ ਬਣਾ ਰਹੇ ਨੇ। ਕਿਸਾਨ ਆਗੂ ਦੇ ਖਿਲਾਫ ਜਾਰੀ ਕੀਤੀ ਗਈ ਆਡੀਓ ਦੇ ਵਿੱਚ ਫਿਰੋਜ਼ਪੁਰ ਪੁਲਿਸ ਨੇ ਲਿਖਤੀ ਤੌਰ ਦੇ ਉੱਤੇ ਸਪਸ਼ਟ ਕੀਤਾ ਕਿ ਕਿਸੇ ਵੀ ਕਿਸਾਨ ਆਗੂ ਨੇ ਨਸ਼ਾ ਤਸਕਰਾਂ ਨੂੰ ਬਲੈਕਮੇਲ ਨਹੀਂ ਕੀਤਾ। ਮੈਡੀਕਲ ਸਟੋਰ ਦੇ ਮਾਲਕਾਂ ਦੇ ਵੱਲੋਂ ਕਿਸਾਨ ਆਗੂਆਂ ਦੇ ਖਿਲਾਫ ਝੂਠਾ ਪ੍ਰਚਾਰ ਜਿਹੜਾ ਜੀ ਉਹ ਕੀਤਾ ਜਾ ਰਿਹਾ। ਉਹ ਇਹ ਕਹਿੰਦੇ ਆ ਕਿ ਜਿਹੜੇ ਕਿਸਾਨ ਆਗੂ ਸੀਗੇ ਉਹ ਬਲੈਕਮੇਲ ਕਰਦੇ ਸੀ, ਮਤਲਬ ਕਿ ਸਾਡੇ ਕੋਲ ਪੈਸੇ ਮੰਗਦੇ ਸੀ ਦੁਕਾਨਾਂ ਵਾਲਿਆਂ ਤੋਂ, ਤਾਂ ਕਰਕੇ ਉਹਨਾਂ ਨੂੰ ਫੜਵਾਇਆ ਗਿਆ ਜਾਂ ਤਾਂ ਕਰਕੇ ਪੁਲਿਸ ਦੇ ਕੋਲ ਸ਼ਿਕਾਇਤ ਜਿਹੜੀ ਹੈ ਜੀ ਉਹ ਕੀਤੀ ਗਈ ਸੀ, ਕਿਉਂਕਿ ਬਦਨਾਮ ਹੀ ਕਰ ਸਕਦੇ, ਹੋਰ ਇਸ ਤੋਂ ਬਿਨਾਂ ਹੋਰ ਕੀ ਇਹ ਜਿਹੜੇ ਜੀ ਉਹ ਕਰ ਸਕਦੇ ਨੇ। ਕਾਂਗਰਸ ਦੇ ਵਿੱਚ ਲੀਡਰਸ਼ਿਪ ਦਾ ਵਿਵਾਦ ਖੁੱਲ੍ਹ ਕੇ ਸਾਹਮਣੇ ਆ ਰਿਹਾ। ਕਾਂਗਰਸ ਦੇ 23 ਸੀਨੀਅਰ ਕਾਂਗਰਸੀ ਆਗੂਆਂ ਦੇ ਵੱਲੋਂ ਸਰਗਰਮ ਲੀਡਰ ਦੀ ਮੰਗ ਕੀਤੇ ਜਾਣ ਮਗਰੋਂ ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਹੋਣ ਵਾਲੀ ਬੈਠਕ ਦੇ ਉੱਤੇ ਪਹਿਲਾਂ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਜਿਹੜੀ ਕਾਂਗਰਸ ਵਰਕਿੰਗ ਕਮੇਟੀ ਹੈ ਉਹਦੇ ਮੈਂਬਰਾਂ ਨੂੰ ਸੁਨੇਹਾ ਭੇਜਿਆ ਕਿ ਉਹਨਾਂ ਦੀ ਅਹੁਦੇ 'ਤੇ ਬਣੇ ਰਹਿਣ ਦੀ ਕੋਈ ਦਿਲਚਸਪੀ ਨਹੀਂ ਹੈ, ਉਹ ਆਪਣਾ ਨਵਾਂ ਪ੍ਰਧਾਨ ਚੁਣ ਲੈਣ। ਕਾਂਗਰਸ ਦੇ ਜਿਹੜੇ ਬੁਲਾਰੇ ਨੇ ਰਣਦੀਪ ਸੁਰਜੇਵਾਲਾ ਨੇ ਇਹ ਗੱਲ ਕਹੀ ਹੈ ਕਿ ਅੰਤਰਿਮ ਪ੍ਰਧਾਨ ਨੇ ਅਜਿਹਾ ਕੋਈ ਸੁਨੇਹਾ ਕਿਸੇ ਨੂੰ ਨਹੀਂ ਭੇਜਿਆ। ਸੋਨੀਆ ਗਾਂਧੀ ਦੇ ਨਜ਼ਦੀਕੀ ਇੱਕ ਆਗੂ ਨੇ ਅਜਿਹੇ ਕਿਸੇ ਸਟੈਪ ਤੋਂ ਨਾ ਕੀਤੀ ਹੈ ਤੇ ਇਹ ਕਿਹਾ ਕਿ ਸਾਰਾ ਕੁਝ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਦੇ ਉੱਤੇ ਨਿਰਭਰ ਕਰੂਗਾ। ਗਾਂਧੀ ਪਰਿਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਲੋਕ ਸਭਾ 'ਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ, ਸਾਬਕਾ ਮੰਤਰੀ ਅਸ਼ਵਨੀ ਕੁਮਾਰ ਦੀ ਹਮਾਇਤ ਹੈ। ਇਹਨਾਂ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਇਹ ਮੰਗ ਕਰਨ ਦਾ ਢੁਕਵਾਂ ਸਮਾਂ ਨਹੀਂ ਹੈ ਤੇ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਸੰਭਾਲਣੀ ਚਾਹੀਦੀ ਹੈ। ਸੀਨੀਅਰ ਆਗੂ ਸਲਮਾਨ ਖੁਰਸ਼ੀਦ ਨੇ ਇਹ ਗੱਲ ਕਹੀ ਹੈ ਕਿ ਪਾਰਟੀ ਨੂੰ ਚੋਣਾਂ ਕਰਵਾਉਣ ਦੀ ਬਜਾਏ ਸਰਬਸੰਮਤੀ ਦਾ ਰਾਹ ਜਿਹੜਾ ਜੀ ਉਹ ਅਪਣਾਉਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਟੀ ਆਗੂਆਂ ਤੇ ਵਰਕਰਾਂ ਦੀ ਪੂਰੀ ਹਮਾਇਤ ਹਾਸਲ ਹੈ। ਸਾਬਕਾ ਕੇਂਦਰੀ ਮੰਤਰੀ ਕੇ ਤਿਵਾੜੀ ਨੇ ਇਹ ਗੱਲ ਕਹੀ ਹੈ ਕਿ ਕੁਝ ਪਾਰਟੀ ਆਗੂਆਂ ਦੇ ਵੱਲੋਂ ਲੀਡਰਸ਼ਿਪ 'ਚ ਬਦਲਾਅ ਬਾਰੇ ਲਿਖਿਆ ਗਿਆ। ਉਹ ਕਹਿੰਦੇ ਕਿ ਇਹ ਭਾਜਪਾ ਦੀ ਚਾਲ ਹੈ ਜਿਹੜੀ ਕਿ ਕਾਂਗਰਸ ਮੁਕਤ ਭਾਰਤ ਦੇ ਏਜੰਡੇ ਦੇ ਉੱਤੇ ਜਿਹੜਾ ਜੀ ਉਹ ਚੱਲ ਰਹੀ ਹੈ। ਤਾਂ ਅੱਜ ਜਿਹੜਾ ਕਾਫੀ ਤੁਸੀਂ ਕਹਿ ਲਓ ਕਿ ਨਿਗਾਹ ਇਸ ਗੱਲ ਦੇ ਉੱਤੇ ਲੱਗੀ ਰਹੂਗੀ ਕਿ ਕੀ ਹੁੰਦਾ ਕਾਂਗਰਸ ਦੇ ਵਿੱਚ, ਕੀ ਗਾਂਧੀ ਪਰਿਵਾਰ ਜਿਹੜਾ ਜੀ ਉਹਦੇ ਉੱਤੇ ਹੀ ਗੁਣਾ ਪੈਂਦਾ ਜਾਂ ਅਦਰ ਦੈਨ ਗਾਂਧੀ ਜਿਹੜਾ ਉਸ ਪਾਸੇ ਵੱਲ ਨੂੰ ਕਹਾਣੀ ਜਿਹੜੀ ਉਹ ਜਾਂਦੀ ਹੈ। ਅੰਮ੍ਰਿਤਸਰ ਦੀ ਜਿਹੜੀ ਪੁਲਿਸ ਹੈ ਉਹਨੇ ਇੱਕ ਸਿੱਖ ਨੌਜਵਾਨ ਨੂੰ ਸਿੱਖਸ ਫਾਰ ਜਸਟਿਸ ਜਥੇਬੰਦੀ ਵਾਸਤੇ ਅਕਾਲ ਤਖਤ ਦੇ ਉੱਤੇ ਅਰਦਾਸ ਕਰਨ ਦੇ ਦੋਸ਼ ਦੇ ਹੇਠ ਕਾਬੂ ਕੀਤਾ। ਸਿੱਖਸ ਫਾਰ ਜਸਟਿਸ ਜਿਹੜੀ ਜਥੇਬੰਦੀ ਆ ਉਹਨੇ ਇਹ ਕਿਹਾ ਸੀਗਾ ਕਿ ਰਾਇਸ਼ਮਾਰੀ 2020 ਲਈ ਅਕਾਲ ਤਖਤ ਦੇ ਉੱਤੇ ਅਰਦਾਸ ਕੀਤੀ ਜਾਊਗੀ, ਜਿਹੜਾ ਅਰਦਾਸ ਕਰੂਗਾ ਉਹਨੂੰ $5000 ਦਿੱਤਾ ਜਾਊਗਾ। ਇਹ ਪਹਿਲਾਂ ਵੀ ਪਿਛਲੇ ਦਿਨੀ 15 ਅਗਸਤ ਨੂੰ ਝੰਡਾ ਚਲਾਉਣ ਵਾਲੇ ਜਿਹੜੇ ਜੀ ਉਹ ਮੋਗੇ ਤੋਂ ਕਾਬੂ ਕੀਤੇ ਪੁਲਿਸ ਨੇ ਕਈ ਗ੍ਰਿਫਤਾਰੀਆਂ ਇਸ ਮਾਮਲੇ ਦੇ ਵਿੱਚ ਜਿਹੜੀਆਂ ਜੀ ਉਹ ਕੀਤੀਆਂ ਨੇ। ਜਿਹੜਾ ਇਹ ਨੌਜਵਾਨ ਸੀਗਾ ਇਹਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ। ਹਾਲਾਂਕਿ ਜਿਹੜੇ ਪੁਲਿਸ ਕਮਿਸ਼ਨਰੇਟ ਨੇ ਅੰਮ੍ਰਿਤਸਰ ਦੇ ਉਹ ਇਸ ਗੱਲ ਨੂੰ ਇਨਕਾਰ ਕਰਦੇ ਆ ਕਿ ਕਿਸੇ ਨੂੰ ਅਰਦਾਸ ਕਰਨ ਦੇ ਦੋਸ਼ ਦੇ ਹੇਠ ਕਾਬੂ ਜਿਹੜਾ ਜੀ ਉਹ ਕੀਤਾ ਹੋਇਆ। ਐਕਚੁਅਲੀ
ਇੱਕ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਹਦੇ ਵਿੱਚ ਆਵਾਜ਼ ਬਾਅਦ ਦੇ ਵਿੱਚ ਸ਼ਾਮਲ ਕੀਤੀ ਗਈ ਹੈ ਤੇ ਅਰਦਾਸ ਵਾਲੇ ਦੀ ਕੋਈ ਤਸਵੀਰ ਜਿਹੜੀ ਉਹ ਨਹੀਂ ਗਈ। ਇਹ ਗੁਰਮੀਤ ਸਿੰਘ ਹੈ, 26 ਕੁ ਸਾਲਾਂ ਦਾ, ਤਰਨਤਾਰਨ ਜ਼ਿਲ੍ਹੇ ਦੇ ਪੱਟੀ ਨੇੜੇ ਪਿੰਡ ਦਾ ਵਾਸੀ ਹੈ ਤੇ ਡਿਸਟ੍ਰਿਕਟ ਕਪੂਰਥਲਾ ਦੇ ਇੱਕ ਪਿੰਡ ਦੇ ਵਿੱਚ ਗੁਰਦੁਆਰੇ 'ਚ ਗ੍ਰੰਥੀ ਵਜੋਂ ਸੇਵਾ ਜਿਹੜੀ ਜੀ ਉਹ ਨਿਭਾ ਰਿਹਾ। ਉਹਨੇ ਅਰਲੀ ਮਾਰਨਿੰਗ ਜਿਹੜਾ ਸੀਗਾ ਉਹ ਅਕਾਲ ਤਖਤ ਦੇ ਸਾਹਮਣੇ ਜਾ ਕੇ ਅਰਦਾਸ ਕੀਤੀ, ਹੱਥ 'ਚ ਮੋਬਾਈਲ ਫੜਿਆ ਹੋਇਆ ਸੀਗਾ, ਅਕਾਲ ਤਖਤ ਵੱਲ ਨੂੰ ਕੀਤਾ ਹੋਇਆ ਸੀਗਾ, ਉਹਦੀ ਉਹ ਰਿਕਾਰਡਿੰਗ ਕਰ ਰਿਹਾ ਸੀਗਾ। ਔਰ ਜਿਹੜਾ ਉਹਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ, ਉਹਨੂੰ ਉੱਥੋਂ ਹਿਰਾਸਤ ਦੇ ਵਿੱਚ ਲੈ ਕੇ ਬਾਹਰ ਲਿਆ ਕੇ ਗ੍ਰਿਫਤਾਰ ਕੀਤਾ ਗਿਆ, ਕਿਉਂਕਿ ਕਾਫੀ ਸਾਰੇ ਜਿਹੜੇ ਚਿੱਟ ਕੱਪੜੀਏ ਪੁਲਿਸ ਵਾਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਟਾਸਕ ਫੋਰਸ ਹੈ ਉਹ ਲੱਗੀ ਹੋਈ ਸੀ। ਇਹ ਕਿਹਾ ਕਿ ਉਹਨੇ ਉੱਥੇ ਅਰਦਾਸ ਤੋਂ ਬਾਅਦ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਜਿਹੜੇ ਜੀ ਉਹ ਲਾਏ ਤੇ ਉਹ ਉਸ ਤੋਂ ਬਾਅਦ ਇਹਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਗਿਆ। ਜਿਵੇਂ ਮੈਂ ਦੱਸਿਆ ਤੁਹਾਨੂੰ ਕਿ ਜਿਹੜੇ ਅੰਮ੍ਰਿਤਸਰ ਦੇ ਕਮਿਸ਼ਨਰੇਟ ਨੇ ਡਾਕਟਰ ਸੁਖਚੈਨ ਸਿੰਘ ਗਿੱਲ, ਉਹਨਾਂ ਨੇ ਇਹ ਗੱਲ ਤੋਂ ਇਨਕਾਰ ਕੀਤਾ ਕਿ ਕੋਈ ਗ੍ਰਿਫਤਾਰੀ ਇੱਦਾਂ ਦੀ ਜਿਹੜੀ ਹੈ ਜੀ ਉਹ ਹੋਈ ਹੈ, ਪਰ ਗ੍ਰਿਫਤਾਰੀਆਂ ਹੋਣ ਦੀਆਂ ਖਬਰ ਜਿਹੜੀ ਹੈ ਜੀ ਉਹ ਮਿਲੀ ਜ਼ਰੂਰ ਆ ਕਿ ਹੋਈ ਆ ਜਿਹੜੀ ਉਹ ਗ੍ਰਿਫਤਾਰੀ। ਅਜੇ ਪੁਲਿਸ ਜਿਹੜੀ ਉਹ ਦੱਸ ਨਹੀਂ ਰਹੀ ਕਿ ਕੀ ਇਹਦੇ ਪਿੱਛੇ ਰੀਜ਼ਨ ਸੀਗਾ ਔਰ ਕੀ ਉਹਦੇ ਉੱਤੇ ਚਾਰਜ ਜਿਹੜੇ ਆ ਉਹ ਕੀ ਲਾਏ ਗਏ ਆ। ਦਿੱਲੀ ਦੀ ਪੁਲਿਸ ਨੇ ਰਾਜਧਾਨੀ ਦੇ ਵਿੱਚ 2 ਦਿਨ ਪਹਿਲਾਂ ਗ੍ਰਿਫਤਾਰ ਕੀਤੇ ਗਏ ਇੱਕ 36 ਸਾਲਾਂ ਦੇ ਵਿਅਕਤੀ ਦੇ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਸਥਿਤ ਘਰ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਧਮਾਕਾ ਖੇਜ ਸਮੱਗਰੀ ਆਈਸਿਸ ਦਾ ਝੰਡਾ ਬਰਾਮਦ ਜਿਹੜਾ ਦੀ ਉਹ ਕੀਤਾ। ਇਹ ਕਿਹਾ ਜਾ ਰਿਹਾ ਕਿ ਦਿੱਲੀ ਦੇ ਰਿਜ ਰੋਡ ਦੇ ਉੱਤੇ ਸ਼ੁੱਕਰਵਾਰ ਰਾਤ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਇਸ ਵਿਅਕਤੀ ਦੇ ਕੋਲੋਂ ਪ੍ਰੈਸ਼ਰ ਕੁੱਕਰ IED ਮਿਲੇ ਨੇ ਤੇ ਉਹਦੇ ਅੱਤਵਾਦੀ ਸੰਗਠਨ ਆਈਸਿਸ ਦੇ ਨਾਲ ਸੰਬੰਧ ਹੋਣ ਦਾ ਸ਼ੱਕ ਜਿਹੜਾ ਜੀ ਉਹ ਜ਼ਾਹਰ ਕੀਤਾ ਗਿਆ ਸੀਗਾ। ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਉਹਨੂੰ ਬਲਰਾਮਪੁਰ ਜ਼ਿਲ੍ਹੇ ਦੇ ਵਿੱਚ ਵਧੀਆ ਭਾਈਸ਼ਾਹੀ ਪਿੰਡ ਲੈ ਕੇ ਆਈ ਸੀ, ਜਿੱਥੇ ਕਿ ਉਹਦੇ ਘਰੋਂ ਧਮਾਕਾ ਖੇਜ ਸਮੱਗਰੀ ਵਾਲੇ 3 ਪੈਕਟ ਤੇ ਜੈਕਟਾਂ ਵਗੈਰਾ ਜਿਹੜੀਆਂ ਜੀ ਉਹ ਬਰਾਮਦ ਕੀਤੀਆਂ ਗਈਆਂ ਨੇ। ਜਿਹੜੇ ਉਹਦੇ ਮਾਪੇ ਨੇ ਉਹ ਇਹ ਕਹਿੰਦੇ ਆ ਕਿ ਲੋਕ ਉਹਦੇ ਪੁੱਤ ਨੂੰ ਬਹੁਤ ਚੰਗੇ ਇਨਸਾਨ ਉਹਦੇ ਵਜੋਂ ਜਾਣਦੇ ਨੇ ਤੇ ਉਹਨਾਂ ਨੇ ਨਹੀਂ ਸੀ ਕਦੀ ਸੋਚਿਆ ਕਿ ਉਹ ਦਹਿਸ਼ਤਗਰਦੀ ਦੇ ਨਾਲ ਉਹਦੀਆਂ ਕੋਈ ਤਾਰਾਂ ਜੁੜੀਆਂ ਜਿਹੜੀਆਂ ਦੀ ਉਹ ਹੋ ਸਕਦੀਆਂ ਨੇ। ਇਹ ਉਹਦੇ ਮਾਪੇ ਜਿਹੜੇ ਆ ਜੀ ਉਹ ਇਹ ਗੱਲ ਕਹਿੰਦੇ ਆ। ਅੱਜ ਜਿਹੜੀਆਂ ਨਿਗਾਹਾਂ ਨੇ ਉਹ ਅਕਾਲ ਤਖਤ ਦੇ ਉੱਤੇ ਵੀ ਲੱਗੀਆਂ ਰਹਿਣਗੀਆਂ, ਇਸ ਪੱਖੋਂ ਕਿ ਪੰਜ ਸਿੰਘ ਸਾਹਿਬਾਨ ਦੀ ਜਿਹੜੀ ਮੀਟਿੰਗ ਹੋਣੀ ਆ ਉਹਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਦਾ ਮਾਮਲਾ ਵੀ ਵਿਚਾਰਿਆ ਜਾਊਗਾ। ਜਿਹੜੀ ਇੱਕ ਕਮੇਟੀ ਬਣਾਈ ਗਈ ਸੀ ਉਹਨੇ ਅਕਾਲ ਤਖਤ ਦੇ ਜਥੇਦਾਰ ਨੂੰ ਆਪਣੀ ਰਿਪੋਰਟ ਜਿਹੜੀ ਆ ਉਹ ਸੌਂਪੀ ਹੈ। ਇਹ ਜਾਂਚ ਟੀਮ ਪਿਛਲੇ ਵਰੇ ਅਕਤੂਬਰ 19 ਦੇ ਵਿੱਚ ਬਣੀ ਸੀ, ਜਿਹਦੇ 'ਚ 5 ਜਿਹੜੇ ਦੀ ਵਿਦਵਾਨ ਸ਼ਾਮਲ ਕੀਤੇ ਗਏ ਸੀ। ਪ੍ਰਿੰਸੀਪਲ ਅਮਰਜੀਤ ਸਿੰਘ, ਇੰਦਰਜੀਤ ਸਿੰਘ ਗੋਗੋਆਣੀ, ਪ੍ਰਿੰਸੀਪਲ ਪ੍ਰਭਜੋਤ ਕੌਰ, ਡਾਕਟਰ ਪਰਮਵੀਰ ਸਿੰਘ ਤੇ ਭਾਈ ਗੁਰਮੀਤ ਸਿੰਘ ਹੋਰੀ ਇਹਦੇ ਵਿੱਚ ਸ਼ਾਮਲ ਸੀ। ਇਸ ਕਮੇਟੀ ਦੇ ਵੱਲੋਂ 3 ਮੀਟਿੰਗਾਂ ਕੀਤੀਆਂ ਗਈਆਂ। ਕਰੋਨਾ ਕਰਕੇ ਤਾਲਾਬੰਦੀ ਤੋਂ ਬਾਅਦ ਵੀ 3 ਮੀਟਿੰਗਾਂ ਆਨਲਾਈਨ ਕੀਤੀਆਂ ਗਈਆਂ। ਇਹਨਾਂ ਨੇ ਜਿਹੜੇ ਸਿੱਖ ਪ੍ਰਚਾਰਕ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਵੀ ਸੱਦਿਆ ਸੀਗਾ, ਪਰ ਉਹ ਇਹਨਾਂ ਦੇ ਕੋਲੇ ਗੱਲਬਾਤ ਕਰਨ ਦੇ ਵਾਸਤੇ ਆਏ ਨਹੀਂ। ਮਤਲਬ ਕਿ ਉਹਨਾਂ ਨੇ ਹਾਮੀ ਨਹੀਂ ਸੀ ਭਰੀ ਇਹਨਾਂ ਦੇ ਨਾਲ ਮੀਟਿੰਗ ਕਰਨ ਦੀ। ਸੋ ਇਹਨਾਂ ਨੇ ਆਪਣੇ ਤੌਰ ਦੇ ਉੱਤੇ ਜਿਹੜੀ ਆ ਜੀ ਉਹ ਰਿਪੋਰਟ ਬਣਾ ਲਈ ਔਰ ਅਕਾਲ ਤਖਤ ਨੂੰ ਸੌਂਪ ਦਿੱਤੀ। ਉੱਧਰ ਜਿਹੜੇ 267 ਲਾਪਤਾ ਹੋਏ ਸੀਗੇ ਸਰੂਪ, ਉਹਨਾਂ ਦੀ ਜਾਂਚ ਰਿਪੋਰਟ ਜਿਹੜੀ ਆ ਜੀ ਉਹ ਵੀ ਪਹੁੰਚ ਸਕਦੀ ਆ ਅੱਜ ਸੰਭਾਵੀ ਰੂਪ ਦੇ ਵਿੱਚ, ਜਿਹਦੇ ਵਾਸਤੇ ਇੱਕ ਸਾਬਕਾ ਜੱਜ ਨੂੰ ਲਾਇਆ ਗਿਆ ਸੀ, ਪਰ ਸਾਬਕਾ ਜੱਜ ਹੋਰੀ 2-3 ਦਿਨ ਤੋਂ ਬਾਅਦ ਚਲੇ ਗਏ, ਉਹਨਾਂ ਨੇ ਛੱਡਤੀ ਜਾਂਚ ਤੇ ਫਿਰ ਇੱਕ ਵਕੀਲ ਨੇ ਜਿਹੜੀ ਆ ਜੀ ਇਹ ਜਾਂਚ ਕੀਤੀ ਹੈ। ਇਹਦੇ ਵਿੱਚ ਕੀ ਹੋਣਾ, ਬਹੁਤੀ ਗੱਲ ਜਿਹੜੀ ਦੀ ਉਹ ਪਿਛਲੇ ਦਿਨਾਂ ਦੇ ਵਿੱਚ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਜਿਹੜੇ ਨੇ ਉਹਨਾਂ ਦੇ ਬਿਆਨਾਂ ਤੋਂ ਹੀ ਜਿਹੜਾ ਪਤਾ ਲੱਗੀ ਜਾਂਦਾ ਸੀਗਾ ਕਿ ਕਿਹੋ ਜਿਹੀ ਕਹਾਣੀ, ਕਿਸ ਪਾਸੇ ਵੱਲ ਨੂੰ ਇਹ ਕਹਾਣੀ ਜਿਹੜੀ ਹੈ ਜੀ ਉਹ ਜਾ ਸਕਦੀ ਹੈ। ਮਹਾਰਾਜਾ ਦਲੀਪ ਸਿੰਘ ਦੇ ਪੁੱਤ ਵਿਕਟਰ ਅਲਬਰਟ ਜੋ ਦਲੀਪ ਸਿੰਘ ਦਾ ਲੰਡਨ ਦੇ ਵਿੱਚ ਬਣਿਆ ਮਹਿਲ ਵਿਕਣ ਦੇ ਵਾਸਤੇ ਜਿਹੜਾ ਜੀ ਉਹ ਲੱਗਿਆ। ਮਹਿਲ ਦੀ ਵਿਕਰੀ ਦੀ ਕੀਮਤ ਜਿਹੜੀ ਆ ਜੀ ਉਹ 1.55 ਕਰੋੜ ਬ੍ਰਿਟਿਸ਼ ਪਾਉਂਡ ਰੱਖੀ ਗਈ ਆ। ਰਣਜੀਤ ਸਿੰਘ ਹੋਰਾਂ ਦਾ ਛੋਟਾ ਪੁੱਤਰ, ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਛੋਟਾ ਪੁੱਤਰ ਦਲੀਪ ਸਿੰਘ ਸਿੱਖ ਰਾਜ ਦਾ ਆਖਰੀ ਮਹਾਰਾਜਾ ਸੀ। ਪੰਜਾਬ ਦੀ ਹਕੂਮਤ ਬ੍ਰਿਟਿਸ਼ ਰਾਜ ਅਧੀਨ ਆਉਣ ਮਗਰੋਂ ਦਲੀਪ ਸਿੰਘ ਨੂੰ
ਜਿਹੜੀ ਇੱਥੇ ਇੰਗਲੈਂਡ ਦੇ ਵਿੱਚ ਜਲਾਵਤਨੀ ਜਿਹੜੀ ਉਹ ਹੋਈ ਸੀ, ਉੱਥੇ ਉਹਨੂੰ ਆਪਣਾ ਜੀਵਨ ਬਤੀਤ ਕਰਨਾ ਪਿਆ ਸੀਗਾ। ਦਲੀਪ ਸਿੰਘ ਦੇ ਪੁੱਤ ਵਿਕਟਰ ਦਾ 1866 ਦੇ ਵਿੱਚ ਲੰਡਨ ਜਨਮ ਹੋਇਆ ਸੀ ਤੇ ਮਹਾਰਾਣੀ ਵਿਕਟੋਰੀਆ ਨੇ ਉਹਨੂੰ ਆਪਣੀ ਛਤਰ ਛਾਇਆ ਹੇਠ ਲੈ ਲਿਆ ਸੀ। ਕਈ ਸਾਲਾਂ ਬਾਅਦ ਉਹਦੀ ਕੋਵੈਂਟਰੀ ਦੇ 9ਵੇਂ ਅਰਲ ਦੀ ਧੀ ਲੇਡੀ ਐਨ ਕੋਵੈਂਟਰੀ ਦੇ ਨਾਲ ਵਿਆਹ ਕਰਵਾਇਆ, ਜਿਸ ਤੋਂ ਬਾਅਦ ਬ੍ਰਿਟਿਸ਼ ਅਧਿਕਾਰੀਆਂ ਨੇ ਦੱਖਣ ਪੱਛਮ ਦੇ ਕੈਂਸਿੰਗਟਨ ਦੇ ਦੀ ਲਿਟਲ ਬੋਲਟਨਸ ਇਲਾਕੇ ਦੇ ਵਿੱਚ ਉਹਨੂੰ ਲੀਜ਼ ਤੇ ਮਹਿਲ ਦੇ ਦਿੱਤਾ। ਮਹਿਲ ਦੀ ਵਿਕਰੀ ਦਾ ਪ੍ਰਬੰਧ ਕਰ ਰਹੇ ਬਿਸ਼ਪ ਸਟੇਟ ਦੇ MD ਜੈਰਮੀ ਗੀ ਇਹ ਕਹਿੰਦਾ ਹੈ ਕਿ ਲਾਹੌਰ ਦੇ ਜਲਾਵਤਨ ਸਾਬਕਾ ਸ਼ਹਿਜ਼ਾਦੇ ਦਾ 5613 ਸਕੁਅਰ ਫੁੱਟ ਦਾ ਮਹਿਲ ਖੁੱਲ੍ਹਾ ਡੁੱਲਾ ਹੈ। ਇਹਦੇ ਪਿੱਛੇ 52 ਫੁੱਟ ਦਾ ਬਾਗ ਹੈ। 1868 ਦੇ ਵਿੱਚ ਮਹਿਲ ਦਾ ਕੰਮ ਮੁਕੰਮਲ ਹੋਣ ਮਗਰੋਂ ਇਹਨੂੰ ਈਸਟ ਇੰਡੀਆ ਕੰਪਨੀ ਨੇ ਖਰੀਦ ਲਿਆ ਸੀਗਾ। ਕੰਪਨੀ ਨੇ ਇਹ ਮਹਿਲ ਦਲੀਪ ਸਿੰਘ ਦੇ ਪਰਿਵਾਰ ਨੂੰ ਕਾਲੀ ਮਿਰਚਾਂ ਦੇ ਬਦਲੇ 'ਚ ਲੀਜ਼ ਤੇ ਦੇ ਦਿੱਤਾ ਸੀਗਾ। ਔਰ ਸ਼ਹਿਜ਼ਾਦਾ ਵਿਕਟਰ ਅਲਬਰਟ ਮਹਾਰਾਣੀ ਬੰਬਾ ਮੂਲਰ ਤੋਂ ਪੈਦਾ ਹੋਇਆ ਸੀ ਤੇ ਉਹ ਮਹਾਰਾਜੇ ਦਾ ਵੱਡਾ ਪੁੱਤਰ ਸੀ। ਉਹਨੇ ਐਟਮ ਕਾਲਜ ਤੇ ਕੈਂਬਰਿਜ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕੀਤੀ। ਉਹਨੂੰ 8250 ਪਾਉਂਡ ਤੇ ਉਹਦੀ ਪਤਨੀ ਨੂੰ 2500 ਪਾਉਂਡ ਸਾਲਾਨਾ ਮਿਲਦੇ ਸੀਗੇ, ਪਰ ਸ਼ਹਿਜ਼ਾਦੇ ਦੇ ਸਿਰ ਤੇ 1,17,900 ਪਾਉਂਡ ਦਾ ਕਰਜ਼ਾ ਚੜ੍ਹ ਗਿਆ ਸੀ, ਜਿਹਦੇ ਕਰਕੇ 1902 ਦੇ ਵਿੱਚ ਉਹਨੂੰ ਦਿਵਾਲੀਆ ਕਰਾਰ ਦੇ ਦਿੱਤਾ ਗਿਆ ਸੀਗਾ। ਔਰ ਪਹਿਲੀ ਵਿਸ਼ਵ ਜੰਗ ਦਾ ਸਮਾਂ ਮੋਨਾਕੋ ਦੇ ਵਿੱਚ ਗੁਜ਼ਾਰਿਆ, ਜਿੱਥੇ 1918 'ਚ 51 ਸਾਲ ਦੀ ਉਮਰ 'ਚ ਸ਼ਹਿਜ਼ਾਦੇ ਦੀ ਮੌਤ ਹੋ ਗਈ। ਉਹਦੀ ਪਤਨੀ ਜਿਹੜੀ ਸੀ ਐਨ ਜੁਲਾਈ 1956 ਦੇ ਵਿੱਚ ਆਪਣੀ ਮੌਤ ਤੱਕ ਦੀ ਲਿਟਲ ਬੋਲਟਨਸ ਵਾਲੇ ਮਹਿਲ ਦੇ ਵਿੱਚ ਜਿਹੜੀ ਉਹ ਰਹਿੰਦੀ ਰਹੀ। ਹੁਣ ਇਹ ਮਹਿਲ ਜਿਹੜਾ ਜੀ ਉਹ ਵਿਕਣ ਦੇ ਵਾਸਤੇ ਤਿਆਰ ਹੈ, ਤਾਂ ਇਹਨੂੰ ਕੌਣ ਖਰੀਦਦਾ ਇਹਦੇ ਜਿਹੜਾ ਜੀ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਉਹ ਪਤਾ ਲੱਗੂਗਾ। ਜਿਹੜੇ ਫਿਲਮੀ ਅਦਾਕਾਰ ਜਿਹਨੇ ਸੁਸਾਈਡ ਕਰ ਲਿਆ ਸੀਗਾ ਸੁਸ਼ਾਂਤ ਸਿੰਘ ਰਾਜਪੂਤ, ਸੁਸਾਈਡ ਸੀ ਕੀ ਸੀ ਇਹਦੀ ਜਾਂਚ ਹੁਣ ਜਿਹੜੀ ਆ ਉਹ CBI ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। CBI ਦੀ ਟੀਮ ਨੇ ਉਹਦੇ ਦੋਸਤ ਸਿਧਾਰਥ ਪਠਾਨੀ, ਰਸੋਈਏ ਨੀਰਜ ਸਿੰਘ ਤੇ ਘਰੇਲੂ ਨੌਕਰ ਦੀਪੇਸ਼ ਸਾਵੰਤ ਤੋਂ 5 ਘੰਟਿਆਂ ਤੱਕ ਲੰਬੀ ਪੁੱਛਗਿੱਛ ਕੀਤੀ ਹੈ। CBI ਟੀਮ ਨੇ ਤਿੰਨਾਂ ਵਿਅਕਤੀਆਂ ਦੇ ਨਾਲ ਸੁਸ਼ਾਂਤ ਦੇ ਬਾਂਦਰਾ ਦੇ ਵਿੱਚ ਸਥਿਤ ਫਲੈਟ ਦਾ ਦੌਰਾ ਕੀਤਾ ਔਰ ਇੱਥੇ ਜਿਹੜਾ ਜੀ ਸੁਸ਼ਾਂਤ ਦੀ 14 ਜੂਨ ਨੂੰ ਕਮਰੇ 'ਚ ਜਦੋਂ ਦੇਹ ਲਟਕਦੀ ਹੋਈ ਮਿਲੀ ਸੀ ਤਾਂ ਇਹ ਤਿੰਨੋਂ ਵਿਅਕਤੀ ਫਲੈਟ 'ਚ ਮੌਜੂਦ ਸੀਗੇ। CBI ਟੀਮ ਨੇ ਇਹਨਾਂ ਦੇ ਨਾਲ ਸੁਸ਼ਾਂਤ ਦੇ ਘਰ ਦਾ ਦੌਰਾ ਕਰਕੇ ਇਹਨੂੰ ਦੁਬਾਰਾ ਸਾਰੀ ਜਿਹੜੀ ਘਟਨਾ ਸੀ ਉਹਨੂੰ ਰਿਪੀਟ ਜਿਹੜਾ ਉਹ ਕੀਤਾ ਕਿ ਕਿਵੇਂ ਕਿਵੇਂ ਇਹ ਹੋਈ ਹੋ ਸਕਦੀ, ਜਿਵੇਂ ਉਹਨੂੰ ਸਿਰਜਿਆ ਜਾਂਦਾ ਇੱਕ ਪ੍ਰੋਸੀਜਰ ਹੈ ਪੁਲਿਸ ਦਾ ਜਿਹੜਾ ਜੀ। ਔਰ ਜਿੱਥੇ ਅਦਾਕਾਰ ਦਾ ਪੋਸਟਮਾਰਟਮ ਹੋਇਆ ਸੀਗਾ ਬਾਂਦਰਾ ਪੁਲਿਸ ਸਟੇਸ਼ਨ ਜਾ ਕੇ ਉਹਨੇ ਮੁੰਬਈ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਵੀ ਮੁਲਾਕਾਤ ਜਿਹੜੀ ਜੀ ਉਹ ਕੀਤੀ। ਰਾਜਪੂਤ ਦੀ ਜਿਹੜੀ ਖੁਦਕੁਸ਼ੀ ਦੇ ਮਾਮਲੇ ਦੇ ਵਿੱਚ ਜਿਹੜੇ ਜਾਂਚ ਕਰ ਰਹੇ ਅਧਿਕਾਰੀ ਸੀ ਉਹਨਾਂ ਦੇ ਨਾਲ ਵੀ ਉਹਨਾਂ ਦੀ ਲੰਬੀ ਮੁਲਾਕਾਤ ਜਿਹੜੀ ਉਹ ਹੋਈ ਦੱਸੀ ਜਾਂਦੀ ਹੈ ਜੀ। ਸੁਪਰੀਮ ਕੋਰਟ ਦੇ ਚੀਫ ਜਸਟਿਸ ਰਹੇ ਤੇ ਅੱਜ ਕੱਲ੍ਹ ਰਾਜ ਸਭਾ ਦੇ ਮੈਂਬਰ ਬਣੇ ਰੰਜਨ ਗੋਗੋਈ, ਉਹਨਾਂ ਦੇ ਬਾਰੇ 'ਚ ਇਹ ਕਿਹਾ ਜਾ ਰਿਹਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਜਿਹੜੀਆਂ ਅਸਾਮ ਦੀਆਂ ਚੋਣਾਂ ਨੇ ਵਿਧਾਨ ਸਭਾ ਦੀਆਂ, ਉਹਦੇ ਵਿੱਚ ਭਾਜਪਾ ਦੇ ਵੱਲੋਂ ਉਹ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹੋ ਸਕਦੇ ਆ। ਭਾਜਪਾ ਦੀ ਅਸਾਮ ਇਕਾਈ ਹਾਲਾਂਕਿ ਇਹਦਾ ਖੰਡਨ ਕਰਦੀ ਆ। ਭਾਜਪਾ ਆਗੂ ਕਹਿੰਦੇ ਆ ਕਿ ਰੰਜਨ ਗੋਗੋਈ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰੀ ਬਣਾਏ ਜਾਣ ਦੇ ਦਾਅਵਿਆਂ 'ਚ ਕੋਈ ਸੱਚਾਈ ਨਹੀਂ ਹੈ। ਉਧਰ ਅਸਾਮ ਭਾਜਪਾ ਦੇ ਪ੍ਰਧਾਨ ਜਿਹੜੇ ਨੇ ਉਹ ਕਹਿੰਦੇ ਨੇ ਕਿ ਕੁਝ ਲੋਕ ਖੁਦ ਨੂੰ ਉਭਾਰਨ ਲਈ ਅਫਵਾਹਾਂ ਫੈਲਾਉਂਦੇ ਨੇ। ਤਰੁਣ ਗੋਗੋਈ ਦਾ ਬਿਆਨ ਇਸੇ ਸ਼੍ਰੇਣੀ 'ਚ ਆਉਂਦਾ। ਉਹਨੇ ਕਿਹਾ ਕਿ ਤਰੁਣ ਗੋਗੋਈ ਦੇ ਬਿਆਨ 'ਚ ਕੋਈ ਸੱਚਾਈ ਨਹੀਂ ਹੈ। ਸੂਬੇ ਦੇ ਸੀਨੀਅਰ ਕਾਂਗਰਸੀ ਆਗੂ ਜਿਹੜਾ ਜੀ ਉਹਨੇ ਇਹ ਗੱਲ ਕਹੀ ਸੀ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਸਟਿਸ ਰੰਜਨ ਗੋਗੋਈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋ ਸਕਦੇ ਆ, ਕਿਉਂਕਿ ਰੰਜਨ ਗੋਗੋਈ ਹੋਰਾਂ ਨੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਦੇ ਵਾਸਤੇ ਬਹੁਤ ਸਾਰੇ ਅਹਿਮ ਫੈਸਲੇ ਕੀਤੇ ਨੇ, ਜਿਹਦੇ ਕਰਕੇ ਉਹਨਾਂ ਦਾ ਨਾਮ ਚਰਚਿਤ ਕੰਟਰੋਵਰਸ਼ੀਅਲ ਵੀ ਰਿਹਾ। ਔਰ ਇਹ ਵੀ ਹੈ ਕਿ ਉਹਨਾਂ ਨੂੰ ਜਦੋਂ ਰਿਟਾਇਰ ਹੋ ਗਏ ਤੇ ਰਾਜ ਸਭਾ ਦੇ ਵਿੱਚ ਜਿਹੜਾ ਜੀ ਉਹ ਲੈ ਆਂਦਾ ਗਿਆ, ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ। ਇਹਨੂੰ ਲੈ ਕੇ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਕੁਝ ਟਿੱਪਣੀਆਂ ਜਿਹੜੀਆਂ ਜੀ ਇਹਨਾਂ ਗੱਲਾਂ ਦੇ ਉੱਤੇ ਹੀ ਕੀਤੀਆਂ ਸੀ, ਜਿਹਦੇ ਕਰਕੇ ਪ੍ਰਸ਼ਾਂਤ ਭੂਸ਼ਣ ਹੋਰੀ ਜਿਹੜੇ ਸੀਗੇ ਉਹ ਦੋਸ਼ੀ ਠਹਿਰਾ ਦਿੱਤੇ ਗਏ ਸੁਪਰੀਮ ਕੋਰਟ ਦੇ ਵੱਲੋਂ। ਇਹ ਵੀ ਇਹਦੇ ਉੱਤੇ ਵੀ ਅੱਜ
दिन ਜਿਹੜਾ ਜੀ ਉਹ ਰਹੂਗਾ ਕਿ ਸੁਪਰੀਮ ਕੋਰਟ ਕੀ ਇਸ ਮਾਮਲੇ ਦੇ ਉੱਤੇ ਚੱਲਦੀ ਹੈ। ਹਾਲਾਂਕਿ ਇੱਕ ਬਹੁਤ ਵੱਡੀ ਗਿਣਤੀ ਵਕੀਲਾਂ ਦੀ, ਸਾਬਕਾ ਜੱਜਾਂ ਦੀ ਜਿਹੜੀ ਹੈ ਉਹ ਪ੍ਰਸ਼ਾਂਤ ਭੂਸ਼ਣ ਹੋਰਾਂ ਦੀ ਪਿੱਠ ਦੇ ਉੱਤੇ ਆ ਕੇ ਵੀ ਖੜ ਗਈ ਇਸ ਪੱਖੋਂ ਕਿ ਇਹ ਸਜ਼ਾ ਜਿਹੜੀ ਦੀ ਉਹ ਨਹੀਂ ਹੋਣੀ ਚਾਹੀਦੀ। ਹੁੰਦੀ ਹੈ ਜਾਂ ਨਹੀਂ ਹੁੰਦੀ ਇਹ ਆਉਂਦੇ ਦਿਨ ਜਿਹੜੇ ਜੀ ਉਹ ਦੱਸਣਗੇ। ਪਰ ਇੰਨਾ ਜ਼ਰੂਰ ਹੈ ਕਿ ਇੱਕ ਨਵੀਂ ਚਰਚਾ ਜਿਹੜੀ ਹੈ ਜੀ ਉਹ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਿਹੜੇ ਨੇ ਉਹਨਾਂ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਛਿੜੀ ਹੋਈ ਆ। ਇਹਦੇ ਵਿੱਚ ਹੀ ਤੁਸੀਂ ਕਹਿ ਲਓ ਕਿ ਰੰਜਨ ਗੋਗੋਈ ਹੋਰਾਂ ਦਾ ਜਿਹੜਾ ਜੀ ਇਹ ਚਰਚਾ ਛਿੜਨਾ ਕਿ ਉਹ ਇੱਕ ਸੂਬੇ ਦੇ ਮੁੱਖ ਮੰਤਰੀ ਬਣ ਗਏ। ਹੁਣ ਸਵਾਲ ਵੱਡਾ ਖੜਾ ਇਹ ਹੋ ਜਾਊਗਾ ਕਿ ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਹੈ ਉਹ ਵੱਡਾ ਹੁੰਦਾ, ਰਾਜ ਸਭਾ ਦਾ ਮੈਂਬਰ ਵੱਡਾ ਹੁੰਦਾ, ਜਾਂ ਫਿਰ ਕਿਸੇ ਸੂਬੇ ਦਾ ਮੁੱਖ ਮੰਤਰੀ ਜਿਹੜਾ ਜੀ ਉਹ ਵੱਡਾ ਹੁੰਦਾ। ਧੰਨਵਾਦ, ਬਹੁਤ ਮਿਹਰਬਾਨੀ। ਮੇਰੀ ਤੁਹਾਡੀ ਮੁਲਾਕਾਤ ਕੱਲ੍ਹ ਨੂੰ ਹੋਊਗੀ ਜੀ। ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।